ਸਾਡੇ ਕਿਸਾਨਾਂ ਦਾ ਰੌਲਾ ਆਖਿਰਕਾਰ ਕੀ ਹੈ ਅਤੇ ਜਿਹੜੇ ਖੇਤੀ ਆਰਡੀਨੈਂਸ ਕਹੇ ਜਾ ਰਹੇ ਨੇ ਜਿਨ੍ਹਾਂ ਨੂੰ ਕਿਸਾਨ ਕਾਲੇ ਕਾਨੂੰਨਾਂ ਦਾ ਨਾਂ ਦੇ ਰਹੇ ਨੇ ਉਹ ਕਿਵੇਂ ਸਾਡੇ ਕਿਸਾਨਾਂ ਨੂੰ ਲੁੱਟਣਗੇ। ਦਾ ਖਾਲਸ ਟੀਵੀ ਦੀ ਖਾਲਸ ਰਿਪੋਰਟ ਦੇ ਵਿੱਚ ਤੁਹਾਡੇ ਸਭ ਦਾ ਸਵਾਗਤ ਹੈ। ਮੈਂ ਹਰਸ਼ਰਨ ਕੌਰ। ਮਸ਼ਹੂਰ ਕਵੀ ਸੰਤ ਰਾਮ ਉਦਾਸੀ ਨੇ ਉਸ ਵੇਲੇ ਕਿਸਾਨਾਂ ਮਜ਼ਦੂਰਾਂ ਦੀ ਹਾਲਤ ਨੂੰ ਦੇਖਦਿਆਂ ਹੋਇਆਂ ਹੌਂਕਾ ਭਰਦਿਆਂ ਇੱਕ ਕਵਿਤਾ ਲਿਖੀ ਸੀ। ਗਲ ਲੱਗ ਕੇ ਸੀਰੀ ਦੇ ਜੱਟ ਰੋਵੇ, ਬੋਲਾਂ ਵਿੱਚੋਂ ਨੀਰ ਵਗਿਆ, ਲਿਆ ਤੰਗਲੀ ਨਸੀਬਾਂ ਨੂੰ ਫਰੋਲੀਏ, ਤੂੜੀ ਵਿੱਚੋਂ ਪੁੱਤ ਜਗਿਆ। ਸੋ ਇਹ ਕੋਈ ਲਿਖਣ ਦੀਆਂ ਸਿਰਫ ਗੱਲਾਂ ਨਹੀਂ ਹੈਗੀਆਂ, ਇਹ ਕਿਸਾਨਾਂ ਤੇ ਮਜ਼ਦੂਰਾਂ ਦੇ ਹਾਲਾਤ ਨੇ ਜਿਨ੍ਹਾਂ ਨੂੰ ਕਵੀਆਂ ਨੇ ਸਮੇਂ-ਸਮੇਂ ਤੇ ਆਪਣੀ ਕਲਮ ਦੇ ਨਾਲ ਪੰਨਿਆਂ ਦੇ ਉੱਤੇ ਉਤਾਰਿਆ। ਆਪਣੀ ਖਾਸ ਰਿਪੋਰਟ ਦੇ ਵਿੱਚ ਅੱਜ ਜਾਣਾਂਗੇ ਕਿ ਆਖਿਰਕਾਰ ਕਿਸਾਨ ਕਿਉਂ ਇਹਨਾਂ ਖੇਤੀ ਆਰਡੀਨੈਂਸਾਂ ਦਾ ਵਿਰੋਧ ਕਰ ਰਹੇ ਨੇ, ਕਿਉਂ ਕਿਸਾਨ ਕਹਿੰਦੇ ਨੇ ਕਿ ਇਹ ਖੇਤੀ ਆਰਡੀਨੈਂਸ ਸਾਨੂੰ ਤਬਾਹ ਕਰ ਦੇਣਗੇ, ਬਰਬਾਦ ਕਰ ਦੇਣਗੇ। ਅਸੀਂ ਸਾਰੇ ਭਾਵੁਕ ਹੋ ਕੇ ਕਿਸਾਨਾਂ ਦੇ ਨਾਲ ਖੜੇ ਹਾਂ ਇਸ ਗੱਲ ਦੇ ਵਿੱਚ, ਪਰ ਸਾਡੇ ਵਿੱਚੋਂ ਸਾਰਿਆਂ ਨੂੰ ਨਹੀਂ ਪਤਾ ਕਿ ਖੇਤੀ ਆਰਡੀਨੈਂਸ ਕੀ ਨੇ ਤੇ ਇਹਨਾਂ ਦਾ ਰੌਲਾ ਕਿਉਂ ਪੈ ਰਿਹਾ। ਸੋ ਅੱਜ ਅਸੀਂ ਇਸ ਰਿਪੋਰਟ ਦੇ ਵਿੱਚ ਜਾਣਾਂਗੇ, ਪਰ ਪਹਿਲਾਂ ਜਾਣ ਲੈਂਦੇ ਹਾਂ ਤਾਜ਼ਾ ਹਾਲਾਤ ਕੀ ਨੇ। ਤਾਜ਼ਾ ਅਪਡੇਟ ਇਹੀ ਹੈ ਕਿ ਪੰਜਾਬ ਦੇ ਕਿਸਾਨਾਂ ਨੇ ਕੌਮੀ ਸ਼ਾਹਰਾਹ, ਬਿਆਸ, ਹਰਗੋਬਿੰਦਪੁਰ ਤੇ ਹਰੀਕੇ ਪੱਤਨ ਤੋਂ ਧਰਨੇ ਹਟਾ ਦਿੱਤੇ ਨੇ। ਪਟਿਆਲਾ ਤੇ ਲੰਬੀ ਦੇ ਵਿੱਚ ਕਿਸਾਨਾਂ ਦਾ ਪੱਕਾ ਮੋਰਚਾ ਹਾਲੇ ਤੱਕ ਲੱਗਿਆ ਹੋਇਆ ਹੈ। ਕਿਸਾਨ ਜਥੇਬੰਦੀਆਂ ਨੇ ਡੀਸੀ ਦਫ਼ਤਰਾਂ ਦੇ ਮੂਹਰੇ ਵੀ ਧਰਨੇ ਜਾਰੀ ਰੱਖਣ ਦਾ ਐਲਾਨ ਕੀਤਾ। ਜੇ ਲੋੜ ਪਈ ਤਾਂ ਦਿੱਲੀ ਵੱਲ ਕੂਚ ਵੀ ਕਰਾਂਗੇ, ਇਹ ਵੀ ਕਿਹਾ ਕਿਸਾਨਾਂ ਨੇ। ਤੇ ਜੇ ਲੋੜ ਪਈ ਤਾਂ ਕਿਸਾਨ ਦਿੱਲੀ ਘੇਰਨ ਵੀ ਜਾਣਗੇ, ਜਿੱਥੇ ਬਹਿ ਕੇ ਲੋਕ ਮਾਰੂ ਨੀਤੀਆਂ ਘੜੀਆਂ ਜਾਂਦੀਆਂ ਨੇ। ਦਾਅਵਾ ਕੀਤਾ ਜਾ ਰਿਹਾ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਪੀਲ ਤੋਂ ਬਾਅਦ ਕਿਸਾਨਾਂ ਨੇ ਇਹ ਧਰਨੇ ਚੁੱਕੇ ਨੇ, ਖਤਮ ਕੀਤੇ ਨੇ। ਦਰਅਸਲ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਆਪਣੇ ਵਫਦ ਦੇ ਨਾਲ ਰਾਜਪਾਲ ਵੀਪੀ ਸਿੰਘ ਬਦਨੌਰ ਨੂੰ ਵੀ ਮਿਲੇ ਸੀ। ਉਸ ਤੋਂ ਬਾਅਦ ਉਹਨਾਂ ਨੇ ਮੀਡੀਆ ਦੇ ਨਾਲ ਰੂਬਰੂ ਹੁੰਦਿਆਂ ਕਿਸਾਨਾਂ ਨੂੰ ਅਪੀਲ ਕੀਤੀ ਸੀ ਕਿ ਸੂਬੇ ਦੇ ਵਿੱਚ ਪ੍ਰਦਰਸ਼ਨ ਨਾ ਕੀਤੇ ਜਾਣ, ਟ੍ਰੈਫਿਕ ਨਾ ਜਾਮ ਕੀਤਾ ਜਾਵੇ, ਨਾ ਹੀ ਧਾਰਾ 144 ਦੀ ਉਲੰਘਣਾ ਕੀਤੀ ਜਾਵੇ। ਵੱਡਾ ਐਲਾਨ ਵੀ ਕੀਤਾ ਕੈਪਟਨ ਨੇ ਕਿ ਪੰਜਾਬ ਦੇ ਵਿੱਚ ਜਿਹੜੇ ਵੀ ਪ੍ਰਦਰਸ਼ਨ ਕਰ ਰਹੇ ਕਿਸਾਨ ਨੇ ਉਹਨਾਂ ਦੇ ਖਿਲਾਫ ਕਿਸੇ ਵੀ ਮਹਾਮਾਰੀ ਐਕਟ ਦੇ ਤਹਿਤ ਪਰਚਾ ਦਰਜ ਨਹੀਂ ਕੀਤਾ ਜਾਏਗਾ। ਜਿਨਨੇ ਹੁਣ ਤੱਕ ਪਰਚੇ ਦਰਜ ਕੀਤੇ ਨੇ ਪ੍ਰਦਰਸ਼ਨਾਂ ਦੇ ਦੌਰਾਨ ਕਿਸਾਨਾਂ ਦੇ ਉੱਤੇ, ਉਹ ਸਾਰੇ ਰੱਦ ਕੀਤੇ ਜਾਣਗੇ। ਕੈਪਟਨ ਨੇ ਕਿਹਾ ਹੈ ਕਿ ਕਿਸਾਨ ਨੇ ਜਿਹੜੇ ਉਹ ਆਪਣੀ ਰੋਜ਼ੀ ਰੋਟੀ ਲਈ ਸੰਘਰਸ਼ ਕਰ ਰਹੇ ਨੇ, ਇਸ ਕਰਕੇ ਉਹਨਾਂ ਦੇ ਖਿਲਾਫ ਕੋਈ ਪਰਚਾ ਨਹੀਂ ਹੋਵੇਗਾ। ਦਾਅਵਾ ਕੀਤਾ ਕਿ ਕੇਂਦਰ ਦੇ ਕਾਨੂੰਨ ਪੰਜਾਬ ਅਤੇ ਖੇਤੀਬਾੜੀ ਨੂੰ ਤਬਾਹ ਕਰ ਦੇਣਗੇ। ਇਹ ਆਰਡੀਨੈਂਸ ਘੱਟੋ ਘੱਟ ਸਮਰਥਨ ਮੁੱਲ ਦਾ ਖਾਤਮਾ ਕਰਨ ਦਾ ਰਾਹ ਪੱਧਰਾ ਕਰਨਗੇ। ਕੈਪਟਨ ਸਾਹਿਬ ਨੇ ਕਿਹਾ ਕਿ ਕਿਸਾਨਾਂ ਨੂੰ ਕਿ ਦਿੱਲੀ ਘੇਰੋ ਤੁਸੀਂ, ਪੰਜਾਬ ਦੀ ਸਰਕਾਰ ਤੇ ਕਾਂਗਰਸ ਪਾਰਟੀ ਤੁਹਾਡੇ ਨਾਲ ਹੀ ਹੈ। ਸੋ ਕਿਸਾਨਾਂ ਦੇ ਵੱਡੇ ਵਿਰੋਧ ਦੇ ਬਾਵਜੂਦ ਵੀ ਲੋਕ ਸਭਾ ਦੇ ਵਿੱਚ, ਸੰਸਦ ਦੇ ਵਿੱਚ ਜ਼ਰੂਰੀ ਵਸਤੂ ਸੋਧ ਐਕਟ ਪਾਸ ਕਰ ਦਿੱਤਾ ਗਿਆ। ਬਿੱਲ ਪਾਸ ਹੋਣ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸੋਧੇ ਗਏ ਐਕਟ ਨੂੰ ਅਸੀਂ ਅਦਾਲਤ ਦੇ ਵਿੱਚ ਚੁਣੌਤੀ ਦੇਵਾਂਗੇ। ਕੈਪਟਨ ਨੇ ਕਿਹਾ ਕਿ ਇਹ ਮੋਦੀ ਸਰਕਾਰ ਦੀ ਕਿਸਾਨਾਂ ਦੇ ਖਿਲਾਫ ਸਾਜ਼ਿਸ਼ ਹੈ ਤੇ ਅਕਾਲੀ ਦਲ ਇਸ ਦਾ ਭਾਗੀਦਾਰ ਹੈ। ਸੋ ਜਿਹੜਾ ਇਹ ਐਕਟ ਸੋਧ ਐਕਟ ਪਾਸ ਕੀਤਾ ਗਿਆ ਹੈ, ਇਸ ਦੇ ਤਹਿਤ ਦਾਲਾਂ, ਤੇਲ ਬੀਜ, ਖਾਣ ਵਾਲੇ ਤੇਲ, ਆਲੂ, ਪਿਆਜ਼, ਇਹਨਾਂ ਨੂੰ ਜ਼ਰੂਰੀ ਵਸਤੂਆਂ ਦੀ ਲਿਸਟ ਦੇ ਵਿੱਚੋਂ ਕੱਢਦਾ ਹੈ। ਸੋ ਕਿਸਾਨ ਜਿੱਥੇ ਤਿੰਨੇ ਖੇਤੀ ਆਰਡੀਨੈਂਸਾਂ ਦਾ ਵੱਡੇ ਪੱਧਰ ਦੇ ਉੱਤੇ ਵਿਰੋਧ ਕਰ ਰਹੇ ਨੇ, ਤਾਂ ਬੀਜੇਪੀ ਨੇ ਵੀ ਸਾਫ਼ ਕਰ ਦਿੱਤਾ ਕਿ ਅਸੀਂ ਟਸ ਤੋਂ ਮਸ ਨਹੀਂ ਹੋਵਾਂਗੇ। ਬੀਜੇਪੀ ਦੇ ਕੌਮੀ ਪ੍ਰਧਾਨ ਜੇਪੀ ਨੱਡਾ ਨੇ ਕਿਹਾ ਕਿ ਮੋਦੀ ਸਰਕਾਰ ਵੱਲੋਂ ਖੇਤੀ ਸੈਕਟਰ ਦੇ ਵਿੱਚ ਲਿਆਂਦੇ ਗਏ ਇਹ ਬਿੱਲ ਦੂਰਦਰਸ਼ੀ ਸੋਚ ਵਾਲੇ ਨੇ। ਇਹਨਾਂ ਨਾਲ ਖੇਤੀ ਉਤਪਾਦਨ ਵਧੇਗਾ ਤੇ ਨਿਵੇਸ਼ ਹੋਏਗਾ। ਬਿੱਲਾਂ ਦੇ ਬਾਰੇ ਕਾਂਗਰਸ ਦਾ ਵਿਰੋਧ ਸਿਰਫ ਸਿਆਸੀ ਹੈ। ਅਸੀਂ ਸ਼੍ਰੋਮਣੀ ਅਕਾਲੀ ਦਲ ਨਾਲ ਇਸ ਬਾਰੇ ਗੱਲ ਕਰ ਲਈ ਹੈ ਤੇ ਬਿੱਲ ਬਾਰੇ ਉਹਨਾਂ ਦੀਆਂ ਚਿੰਤਾਵਾਂ ਨੇ ਜਿਹੜੀਆਂ ਉਹ ਅਸੀਂ ਦੂਰ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ, ਪਰ ਉਹ ਕਹਿੰਦੇ ਨੇ ਕਿ ਅਸੀਂ ਬਿੱਲ ਪਾਸ ਕਰਕੇ ਹੀ ਹਟਾਂਗੇ। ਇਹ ਸਾਫ਼ ਹੋ ਜਾਂਦਾ ਹੈ ਜੇਪੀ ਨੱਡਾ ਦੇ ਇਸ ਬਿਆਨ ਤੋਂ। ਸੋ ਬੀਜੇਪੀ ਨੂੰ ਅਕਾਲੀ ਦਲ ਦੀ ਗੱਲ ਕਿਉਂ ਕਰਨੀ ਪਈ ਹੈ? ਦਰਅਸਲ ਲੋਕ ਸਭਾ ਦੇ ਮੌਨਸੂਨ ਸੈਸ਼ਨ ਦੇ ਦੂਸਰੇ ਦਿਨ ਜਦੋਂ ਜ਼ਰੂਰੀ ਵਸਤਾਂ ਸੋਧ ਬਿੱਲ ਪਾਸ ਕੀਤਾ ਗਿਆ ਤਾਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਇਸ ਦਾ ਵਿਰੋਧ ਕੀਤਾ। ਸੁਖਬੀਰ ਬਾਦਲ ਨੇ ਆਪਣਾ ਪੱਖ ਸਪਸ਼ਟ ਕਰਦਿਆਂ ਬੀਜੇਪੀ ਤੋਂ ਵੱਖਰਾ ਸੁਰ ਹੈ ਜਿਹੜਾ ਉਹ ਅਖਤਿਆਰ ਕਰ ਲਿਆ। ਫਿਰੋਜ਼ਪੁਰ ਤੋਂ ਸਾਂਸਦ ਨੇ ਸੁਖਬੀਰ ਸਿੰਘ ਬਾਦਲ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਵੀ ਨੇ। ਉਹਨਾਂ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਆਰਡੀਨੈਂਸ ਲਿਆਉਣ ਤੋਂ ਪਹਿਲਾਂ ਸਾਡੇ ਤੋਂ ਨਹੀਂ ਪੁੱਛਿਆ। ਅਕਾਲੀ ਦਲ ਕੇਂਦਰ ਦੀ ਭਾਈਵਾਲ ਪਾਰਟੀ ਹੈ, ਬੀਜੇਪੀ ਦੀ ਭਾਈਵਾਲ ਪਾਰਟੀ ਹੈ। ਸੁਖਬੀਰ ਬਾਦਲ ਨੇ ਇਲਜ਼ਾਮ ਲਾਇਆ ਕਿ ਸਾਨੂੰ ਨਹੀਂ ਪੁੱਛਿਆ। ਜਦੋਂ ਤੋਂ ਆਰਡੀਨੈਂਸ ਜਾਰੀ ਹੋਏ ਨੇ ਅਸੀਂ ਸਰਕਾਰ ਨੂੰ ਕਹਿ ਰਹੇ ਹਾਂ ਕਿ ਇਹਨਾਂ ਬਿੱਲਾਂ ਨੂੰ ਨਾ ਲਿਆਉਣ, ਪਰ ਸਾਡੀ ਆਵਾਜ਼ ਨਹੀਂ ਸੁਣੀ ਗਈ। ਕਹਿੰਦੇ ਜਦੋਂ ਇਹਨਾਂ ਆਰਡੀਨੈਂਸਾਂ ਬਾਰੇ ਮੰਤਰੀ ਮੰਡਲ ਦੇ ਵਿੱਚ ਚਰਚਾ ਹੋਈ ਸੀ ਤਾਂ ਪਾਰਟੀ ਦੇ ਪ੍ਰਤੀਨਿਧੀ ਹਰਸਿਮਰਤ ਕੌਰ ਬਾਦਲ ਨੇ ਇਸ ਤੇ ਇਤਰਾਜ਼ ਚੁੱਕੇ ਸੀ। ਕਿਸਾਨਾਂ ਦੀਆਂ ਚਿੰਤਾਵਾਂ ਦੀ ਗੱਲ
गल भी कीती सी, बेनती भी कीती सी कि आर्डीनेंस रोक लए जाण, पर फिर भी आर्डीनेंस जारी कर दिते गए। सानू आस सी कि सरकार इस बिल नू पेश करन समय अपनी गलती सुधारेगी, पर अजिहा नहीं होया। श्रोमणी अकाली दल किसी भी सियासी दबाव दे हेठ नहीं है। सो केंद्र दे वल्लों ਜਿਹੜੇ ਸ਼ੰਕੇ ਨੇ ਕਿਸਾਨਾਂ, ਮਜ਼ਦੂਰਾਂ ਤੇ ਆੜਤੀਆਂ ਦੇ, ਉਹ ਦੂਰ ਕਰਨੇ ਚਾਹੀਦੇ ਨੇ। ਇਹ ਸੁਖਬੀਰ ਬਾਦਲ ਦਾ ਪੂਰਾ ਬਿਆਨ ਹੈ। ਸੋ ਇਸ ਸਾਰੇ ਰੌਲੇ ਦੇ ਦਰਮਿਆਨ ਖਬਰਾਂ ਆ ਰਹੀਆਂ ਨੇ ਕਿ ਸੁਖਬੀਰ ਸਿੰਘ ਬਾਦਲ ਜੋ ਕਿ ਬੀਜੇਪੀ ਦੇ ਭਾਈਵਾਲ ਪਾਰਟੀ ਅਕਾਲੀ ਦਲ ਦੇ ਪ੍ਰਧਾਨ ਨੇ, ਉਹਨਾਂ ਨੇ ਸੰਸਦ ਦੇ ਵਿੱਚ ਖੇਤੀ ਆਰਡੀਨੈਂਸਾਂ ਦਾ ਵਿਰੋਧ ਕੀਤਾ ਤੇ ਵਿਰੋਧ ਦੇ ਵਿੱਚ ਵੋਟ ਪਾਈ। ਤਾਂ ਫਿਰ ਇੱਕ ਹੋਰ सांसद ਨੇ ਪੰਜਾਬ ਦੇ ਸੰਗਰੂਰ ਜ਼ਿਲ੍ਹੇ ਤੋਂ, ਆਮ ਆਦਮੀ ਪਾਰਟੀ ਦੇ सांसद ਨੇ ਭਗਵੰਤ ਮਾਨ, ਉਹਨਾਂ ਨੇ ਸੁਖਬੀਰ ਬਾਦਲ ਦੇ ਇਸ ਸਟੈਂਡ ਦੇ ਉੱਤੇ, ਇਸ ਦਾਅਵੇ ਦੇ ਉੱਤੇ ਉਹਨਾਂ ਨੇ ਵੱਡਾ ਸਵਾਲ ਖੜਾ ਕੀਤਾ ਜਾਂ ਫਿਰ ਕਹਿ ਦਈਏ ਕਿ ਉਹਨਾਂ ਨੇ ਇੱਕ ਮਜ਼ਾਕ ਕੀਤਾ ਹੈ। ਭਗਵੰਤ ਮਾਨ ਕਹਿੰਦੇ ਨੇ ਕਿ ਪਾਰਲੀਮੈਂਟ 'ਚ ਤਾਂ VOTING ਹੀ ਨਹੀਂ ਹੋਈ ਹੈਗੀ, ਫਿਰ ਸੁਖਬੀਰ ਬਾਦਲ ਕਿੱਥੇ ਵੋਟ ਪਾਇਆ ਹੈ। ਭਗਵੰਤ ਮਾਨ ਨੇ ਕਿਹਾ ਕਿ ਇਹਨਾਂ ਬਿੱਲਾਂ ਉੱਤੇ ਸੰਸਦ ਵਿੱਚ ਕੋਈ VOTING ਨਹੀਂ ਹੋਈ। ਸੁਖਬੀਰ ਬਾਦਲ ਨੇ ਸੰਸਦ ਦੇ ਵਿੱਚ ਖੇਤੀ ਆਰਡੀਨੈਂਸਾਂ ਦੇ ਨਾ ਤਾਂ ਹੱਕ ਵਿੱਚ ਤੇ ਨਾ ਹੀ ਵਿਰੋਧ ਵਿੱਚ ਕੁਝ ਕਿਹਾ। ਫੂਡ ਪ੍ਰੋਸੈਸਿੰਗ ਮੰਤਰੀ ਹਰਸਿਮਰਤ ਕੌਰ ਬਾਦਲ ਵੀ ਸੰਸਦ ਵਿੱਚ ਨਹੀਂ ਆਏ, ਜਿਹਦੇ ਮਹਿਕਮੇ ਨਾਲ ਸੰਬੰਧਿਤ ਇਹ ਬਿੱਲ ਸੀ। ਪਹਿਲਾਂ ਇਹਨਾਂ ਧਰਮ ਵੇਚਿਆ, ਹੁਣ ਇਹ ਸਦਨ ਦੀ ਪਵਿੱਤਰ ਮਰਿਆਦਾ ਵੀ ਭੰਗ ਕਰ ਰਹੇ ਨੇ। ਇਹ ਸੰਸਦ ਵਿੱਚ ਕੁਝ ਹੋਰ ਕਹਿੰਦੇ ਨੇ ਤੇ ਸੰਸਦ ਵਿੱਚ ਕੀ ਹੋਇਆ ਬਾਹਰ ਆ ਕੇ ਕੁਝ ਹੋਰ ਕਹਿ ਦਿੰਦੇ ਨੇ। ਸੋ ਇਹਨਾਂ ਤੇ ਯਕੀਨ ਨਾ ਕਰਿਓ, ਇਹ ਕਹਿਣਾ ਹੈ ਭਗਵੰਤ ਮਾਨ ਦਾ। ਸੋ ਹੁਣ ਤੁਹਾਨੂੰ ਬਿੱਲ ਦੱਸ ਦਿੰਨੇ ਆ ਕਿ ਕਿਹੜੇ-ਕਿਹੜੇ ਨੇ ਇਹ ਆਰਡੀਨੈਂਸ ਹੈ, ਕਿਹੜੇ-ਕਿਹੜੇ ਨੇ। 3 ਆਰਡੀਨੈਂਸ ਨੇ। ਸਭ ਤੋਂ ਪਹਿਲਾ ਖੇਤੀ ਆਰਡੀਨੈਂਸ, ਫਾਰਮਰਸ ਪ੍ਰੋਡਿਊਸ ਟ੍ਰੇਡ ਐਂਡ ਕਾਮਰਸ ਪ੍ਰੋਮੋਸ਼ਨ ਐਂਡ ਫੈਸਿਲਿਟੇਸ਼ਨ ਆਰਡੀਨੈਂਸ 2020। ਇਹ ਬਿੱਲ ਕਹਿੰਦਾ ਹੈ ਕਿ ਕਿਸਾਨ ਆਪਣੀ ਫਸਲ ਵੇਚਣ ਦੇ ਸੰਬੰਧੀ ਆਜ਼ਾਦ ਹੋ ਜਾਣਗੇ, ਯਾਨੀ ਕਿ ਪੂਰੇ ਭਾਰਤ ਦੇ ਵਿੱਚ ਕਿਸਾਨ ਕਿਤੇ ਵੀ ਆਪਣੀ ਫਸਲ ਵੇਚ ਸਕੇਗਾ। ਇਹਦੇ ਨਾਲ ਮੁਕਾਬਲੇਬਾਜ਼ੀ ਵਧੇਗੀ ਅਤੇ ਕਿਸਾਨ ਨੂੰ ਵੱਧ ਭਾਅ ਮਿਲ ਸਕਣਗੇ। ਇਹ ਸਰਕਾਰ ਕਹਿੰਦੀ ਹੈ। ਕਿਸਾਨ ਦੀ ਮਰਜ਼ੀ ਹੈ ਕਿ ਉਹ ਕਿਸੇ ਮਰਜ਼ੀ ਮੰਡੀ ਵਿੱਚ ਜਾ ਕੇ ਆਪਣੀ ਜਿਣਸ ਵੇਚ ਸਕਦਾ ਹੈ। ਸੋ ਹੁਣ ਇਸ ਬਿੱਲ ਦਾ ਕਿਸਾਨ ਵਿਰੋਧ ਕਿਉਂ ਕਰ ਰਹੇ ਨੇ? ਕਿਸਾਨਾਂ ਦੀ ਮੁਸ਼ਕਿਲ ਕੀ ਹੈ? ਪੂਰੇ ਭਾਰਤ ਦੇ ਵਿੱਚ ਜੇ ਆਪਾਂ ਅੰਕੜੇ ਦੇਖ ਲਈਏ ਤਾਂ ਭਾਰਤ ਦੇ ਵਿੱਚ 86% ਕਿਸਾਨ 5 ਏਕੜ ਜਾਂ ਉਸ ਤੋਂ ਵੀ ਘੱਟ ਜ਼ਮੀਨ ਵਾਲੇ ਨੇ। ਸੋ 5 ਏਕੜ ਤੋਂ ਘੱਟ ਜਾਂ ਫਿਰ 5 ਏਕੜ ਜ਼ਮੀਨ ਵਾਲਾ ਕਿਸਾਨ ਹੈ, ਤੁਸੀਂ ਸੋਚ ਸਕਦੇ ਹੋ ਕਿ ਉਹ ਆਪਣੀ ਜਿਣਸ ਨੂੰ ਲੈ ਕੇ ਭਾਰਤ ਦੇ ਕਿਸੇ ਵੀ ਹਿੱਸੇ ਦੇ ਵਿੱਚ ਜਾ ਸਕਦਾ ਹੈ। ਕਿ ਉਹਦੀ ਇੰਨੀ ਆਮਦਨ ਹੋਏਗੀ ਕਿ ਉਹ ਸਾਧਨ ਜੁਟਾ ਸਕੇਗਾ ਕਿ ਮੈਂ ਟਰਾਲੀ ਦੇ ਵਿੱਚ, ਟਰੈਕਟਰ ਟਰਾਲੀ ਦੇ ਵਿੱਚ ਆਪਣੀ ਫਸਲ ਲੱਦ ਕੇ ਪੰਜਾਬ ਤੋਂ ਬਾਹਰ ਕਿਸੇ ਸੂਬੇ ਦੇ ਵਿੱਚ ਜਾ ਸਕਾਂ। ਭਾਰਤ ਕਿੰਨਾ ਵੱਡਾ ਹੈ, ਕਿਤੇ ਵੀ ਸਰਕਾਰ ਕਹਿੰਦੀ ਹੈ ਕਿ ਇਸ ਐਕਟ ਦੇ ਤਹਿਤ ਕਿਤੇ ਵੀ ਕਿਸਾਨ ਜਾ ਕੇ ਆਪਣੀ ਫਸਲ ਵੇਚ ਦੂਗਾ। ਪਰ ਜਿਹੜੇ 86% ਕਿਸਾਨ ਜਿਨ੍ਹਾਂ ਕੋਲੇ 5 ਏਕੜ ਜਾਂ ਉਦੋਂ ਘੱਟ ਜ਼ਮੀਨ ਹੈ, ਉਹ ਕਿਵੇਂ ਅਫੋਰਡ ਕਰੂਗਾ? ਇੰਨਾ ਖਰਚਾ ਕਿਵੇਂ ਕਰੂਗਾ? ਸੋ ਇਸ ਆਰਡੀਨੈਂਸ ਉੱਤੇ ਕਿਸਾਨਾਂ ਦਾ ਇਤਰਾਜ਼ ਇਹੀ ਹੈ ਕਿ ਅਸੀਂ ਕਿਵੇਂ ਇਹ ਕਰ ਪਾਵਾਂਗੇ ਬਿਨਾਂ ਕਿਸੇ ਸਰਕਾਰ ਦੀ ਮਦਦ ਤੋਂ। ਅਸੀਂ ਆਪਣੇ ਆਪ 5-5 ਏਕੜ ਵਾਲੇ ਜਿਹੜੇ ਕਿਸਾਨ ਹੈਗੇ ਨੇ, ਕਈਆਂ ਕੋਲੇ ਤਾਂ ਅੱਧਾ ਏਕੜ ਹੁੰਦੀ ਹੈ, ਕਈਆਂ ਕੋਲੇ ਕੁਝ ਕਨਾਲਾਂ ਹੀ ਜ਼ਮੀਨ ਹੁੰਦੀ ਹੈ, ਕਈਆਂ ਕੋਲੇ 1 ਏਕੜ ਹੁੰਦੀ ਹੈ। ਸੋ ਉਹਨਾਂ ਲਈ ਇਹ ਪੋਸੀਬਲ ਨਹੀਂ ਹੈਗਾ। ਹੁਣ ਗੱਲ ਕਰ ਲੈਂਦੇ ਹਾਂ ਦੂਜੇ ਖੇਤੀ ਆਰਡੀਨੈਂਸ ਦੀ। ਦੂਸਰਾ ਹੈ ਆਰਡੀਨੈਂਸ ਫਾਰਮਰਸ ਐਗਰੀਮੈਂਟ ਔਨ ਪ੍ਰਾਈਸ ਇੰਸ਼ੋਰੈਂਸ ਐਂਡ ਫਾਰਮ ਸਰਵਿਸਿਜ਼ ਆਰਡੀਨੈਂਸ 2020। ਇਸ ਆਰਡੀਨੈਂਸ ਦੇ ਵਿੱਚ ਕੌਮੀ ਪੱਧਰ ਦਾ ਸਿਸਟਮ ਬਣਾ ਕੇ ਕਿਸਾਨਾਂ ਨੂੰ ਤਾਕਤਵਰ ਬਣਾਏ ਜਾਣ ਦਾ ਦਾਅਵਾ ਕੀਤਾ ਜਾ ਰਿਹਾ ਹੈ। ਸੋ ਇਸ ਦੇ ਉੱਤੇ ਕਿਸਾਨਾਂ ਨੂੰ ਕੀ ਇਤਰਾਜ਼ ਹੈ? ਕੰਟਰੈਕਟ ਖੇਤੀ ਮਤਲਬ ਕਿ ਠੇਕੇ ਦੀ ਖੇਤੀ। ਕੰਟਰੈਕਟ ਦਾ ਮਤਲਬ ਹੀ ਹੁੰਦਾ ਹੈ ਕਿ ਠੇਕੇ ਦੇ ਉੱਤੇ, ਜਿਵੇਂ ਠੇਕੇ ਤੇ ਨੌਕਰੀਆਂ ਹੁੰਦੀਆਂ ਨੇ, ਠੇਕੇ ਤੇ ਕੋਈ ਵੀ ਕਾਰੋਬਾਰ ਹੁੰਦਾ ਹੈ, ਉਸ ਤਰੀਕੇ ਨਾਲ ਕੰਟਰੈਕਟ ਖੇਤੀ। ਸੋ ਹੁਣ ਤੱਕ ਕਿਸਾਨ ਕਹਿੰਦੇ ਨੇ ਜਿਹੜਾ ਸਾਡਾ ਐਕਸਪੀਰੀਅੰਸ ਰਿਹਾ ਹੈ, ਕੰਟਰੈਕਟ ਖੇਤੀ ਹੈ ਜਿਹੜੀ, ਉਹ ਕਿਸਾਨਾਂ ਨੂੰ ਖੱਜਲ ਖੁਆਰ ਕਰਦੀ ਹੈ, ਕਿਸਾਨਾਂ ਦੀ ਲੁੱਟ ਖੋਹ ਕਰਦੀ ਹੈ, ਇਸ ਤੋਂ ਵੱਧ ਕੁਝ ਨਹੀਂ ਕਰਦੀ। ਕਿਸਾਨ ਕਹਿੰਦੇ ਨੇ ਕਿ ਇਹ ਸਿਰਫ ਤੇ ਸਿਰਫ ਕਾਰਪੋਰੇਟ ਖੇਤੀ ਵੱਲ ਚੁੱਕਿਆ ਗਿਆ ਕਦਮ ਹੈ ਸਰਕਾਰ ਦਾ, ਤੇ ਜਿਸ ਨਾਲ ਕਿਸਾਨੀ ਮਾਰੂ ਨਤੀਜੇ ਨੇ ਜਿਹੜੇ ਉਹ ਸਾਨੂੰ ਇਨ ਫਿਊਚਰ ਭਵਿੱਖ ਦੇ ਵਿੱਚ ਦੇਖਣ ਨੂੰ ਮਿਲਣਗੇ। ਇਸ ਕਰਕੇ ਸਾਨੂੰ ਇਹਦਾ ਕੋਈ ਫਾਇਦਾ ਨਹੀਂ ਹੋਣ ਵਾਲਾ। ਉਸ ਤੋਂ ਬਾਅਦ ਗੱਲ ਆ ਜਾਂਦੀ ਹੈ ਤੀਜੇ ਖੇਤੀ ਆਰਡੀਨੈਂਸ ਦੀ। ਤੀਸਰਾ ਹੈ ਜ਼ਰੂਰੀ ਵਸਤਾਂ ਸੋਧ ਆਰਡੀਨੈਂਸ 2020। ਇਹਦੇ ਵਿੱਚ ਖੇਤੀ ਨਾਲ ਸੰਬੰਧਿਤ ਵਸਤਾਂ ਨੂੰ ਭੰਡਾਰ ਕਰਨ ਦੀ ਖੁੱਲ੍ਹ ਦੇ ਕੇ ਕਿਹਾ ਗਿਆ ਹੈ ਕਿ ਇਸ ਕਦਮ ਦੇ ਨਾਲ ਖੇਤੀ ਸੈਕਟਰ ਦੇ ਵਿੱਚ ਮੁਕਾਬਲੇਬਾਜ਼ੀ ਵਧੇਗੀ, ਕਿਸਾਨਾਂ ਦੀ ਆਮਦਨ ਵਧੇਗੀ, ਰੈਗੂਲੇਟਰੀ ਪ੍ਰਬੰਧ ਸੌਖਾ ਹੋਣ ਦੇ ਨਾਲ ਖਪਤਕਾਰਾਂ ਨੂੰ ਫਾਇਦਾ ਹੋਵੇਗਾ। ਇਹ ਸਰਕਾਰ ਦਾ ਕਹਿਣਾ ਹੈ ਤੇ ਇਸ ਆਰਡੀਨੈਂਸ ਦਾ ਕਹਿਣਾ ਹੈ। ਇਹ ਜ਼ਰੂਰੀ ਵਸਤਾਂ ਸੋਧ ਆਰਡੀਨੈਂਸ ਉਹੀ ਹੈ ਜਿਹੜਾ ਲੋਕ ਸਭਾ ਦੇ ਵਿੱਚ ਅੱਜ ਪਾਸ ਵੀ ਕਰ ਦਿੱਤਾ ਗਿਆ। ਇਸ ਆਰਡੀਨੈਂਸ ਨੂੰ ਅਸੀਂ ਹੋਰ ਡਿਟੇਲ ਦੇ ਵਿੱਚ ਦੱਸੀਏ ਤਾਂ ਇਹਦੇ ਨਾਲ ਕੋਈ ਵੀ ਇੱਕ ਵਿਅਕਤੀ, ਕੰਪਨੀ ਜਾਂ ਫਿਰ ਕੋਈ ਵਪਾਰੀ ਖੇਤੀਬਾੜੀ ਦੀਆਂ ਜਿਹੜੀਆਂ ਖਾਣ ਪੀਣ ਵਾਲੀਆਂ ਵਸਤਾਂ ਨੇ, ਖੁਰਾਕੀ ਵਸਤਾਂ ਨੇ, ਉਹਨਾਂ ਨੂੰ ਸਟੋਰ ਕਰ ਸਕਦਾ ਹੈ, ਜਿਹਦੇ ਨਾਲ ਬਾਜ਼ਾਰ ਦੇ ਵਿੱਚ ਬਣਾਉਟੀ ਕਮੀ ਦਿਖਾ ਕੇ ਮੰਡੀ
ਦੀਆਂ ਕੀਮਤਾਂ ਨੂੰ ਪ੍ਰਭਾਵਿਤ ਕੀਤਾ ਜਾ ਸਕੇਗਾ। ਇਹ ਕਹਿਣਾ ਹੈ ਇਸ ਆਰਡੀਨੈਂਸ ਦਾ। ਇਹਦੇ ਤਹਿਤ ਇਹ ਵੀ ਦੱਸ ਦਈਏ ਕਿ ਜਦੋਂ ਇਹ ਖੇਤੀ ਆਰਡੀਨੈਂਸ ਹੈ ਜਿਹੜਾ ਜ਼ਰੂਰੀ ਵਸਤਾਂ ਸੋਧ ਆਰਡੀਨੈਂਸ, ਇਹਦੇ ਪਾਸ ਹੋਣ ਦੇ ਨਾਲ ਦਾਲਾਂ, ਤੇਲ ਬੀਜ, ਖਾਣ ਵਾਲੇ ਤੇਲ, ਆਲੂ, ਪਿਆਜ਼ ਇਹਨਾਂ ਨੂੰ ਜ਼ਰੂਰੀ ਵਸਤੂਆਂ ਦੀ ਲਿਸਟ ਵਿੱਚੋਂ ਵੀ ਕੱਢ ਦਿੱਤਾ ਗਿਆ। ਸੋ ਕਿਸਾਨਾਂ ਨੂੰ ਇਹਦੇ ਤੇ ਇਤਰਾਜ਼ ਕੀ ਹੈ? ਕਰਨਾਟਕ ਦੇ ਜੇ ਛੋਟੇ ਵਪਾਰੀਆਂ ਦੀ ਗੱਲ ਕਰ ਲਈਏ ਜਾਂ ਫਿਰ ਕਿਸਾਨਾਂ ਦੀ ਗੱਲ ਕਰ ਲਈਏ, ਪਹਿਲਾਂ ਛੋਟੇ ਵਪਾਰੀ ਇਸ ਦਾ ਵਿਰੋਧ ਕਰ ਰਹੇ ਨੇ। ਕਹਿੰਦੇ ਨੇ ਕਿ ਇਹਦੇ ਨਾਲ ਸਿਰਫ ਤੇ ਸਿਰਫ ਵੱਡੀਆਂ ਕੰਪਨੀਆਂ ਤੇ ਵੱਡੇ ਵਪਾਰੀਆਂ ਨੂੰ ਹੀ ਲਾਭ ਹੋਏਗਾ। ਇਹ ਆਰਡੀਨੈਂਸ ਖਪਤਕਾਰਾਂ, ਛੋਟੇ ਵਪਾਰੀਆਂ ਨੂੰ ਨੁਕਸਾਨ ਤੇ ਵੱਡੀਆਂ ਕੰਪਨੀਆਂ ਦੇ ਹੀ ਹਿੱਤ ਪੂਰੇ ਕਰਦਾ ਹੈ, ਕਿਉਂਕਿ ਜਿਹੜੇ ਛੋਟੇ ਵਪਾਰੀ ਅਤੇ ਸਾਰੇ ਖਪਤਕਾਰਾਂ ਨੂੰ ਖੁਰਾਕੀ ਵਸਤੂਆਂ ਦੀਆਂ ਉੱਚੀਆਂ ਕੀਮਤਾਂ ਅਦਾ ਕਰਨੀਆਂ ਪੈਣਗੀਆਂ। ਯਾਨੀ ਕਿ ਇਹਦੇ ਵਿੱਚ ਤੁਸੀਂ ਸ਼ਾਇਦ ਸਮਝ ਪਾ ਰਹੇ ਹੋਵੋਗੇ ਕਿ ਜਿਹੜੀਆਂ ਸਟਾਕ ਕਰਨ ਦੀ ਇਜਾਜ਼ਤ ਹੈ ਜਿਹੜੀ ਉਹ ਹੋਏਗੀ, ਕੋਈ ਵੀ ਵਿਅਕਤੀ, ਕੰਪਨੀ ਜਾਂ ਵਪਾਰੀ ਉਹ ਵਸਤੂਆਂ ਨੂੰ ਸਟੋਰ ਕਰਕੇ ਰੱਖ ਸਕਦਾ ਹੈ। ਫਿਰ ਜਦੋਂ ਇੱਕ ਟਾਈਮ ਹੋਏਗਾ ਉਹਨੂੰ ਲੱਗੇਗਾ ਕਿ ਬਾਜ਼ਾਰ ਦੇ ਵਿੱਚ ਇਹਨਾਂ ਵਸਤੂਆਂ ਦੀ ਕਮੀ ਦੇਖਣ ਨੂੰ ਮਿਲ ਰਹੀ ਹੈ, ਜਿਹਨੂੰ ਕਿਹਾ ਗਿਆ ਕਿ ਬਣਾਉਟੀ ਕਮੀ ਦਿਖਾ ਕੇ ਜਦੋਂ ਕਮੀ ਮਹਿਸੂਸ ਹੋਏਗੀ ਮੰਡੀਆਂ ਦੇ ਵਿੱਚ, ਤੇ ਫਿਰ ਇੱਕਦਮ ਇਹ ਆਪਣੀਆਂ ਚੀਜ਼ਾਂ ਨੇ ਜਿਹੜੀਆਂ ਉਹ ਲੈ ਕੇ ਆਉਣਗੇ ਤੇ ਉਹਨਾਂ ਨੂੰ ਮਹਿੰਗੇ ਭਾਅ ਦੇ ਉੱਤੇ ਵੇਚਣਗੇ। ਸੋ ਇਹਦੇ ਨਾਲ ਕਿਸਾਨਾਂ ਦਾ ਫਾਇਦਾ ਕਿੱਥੇ ਹੋਊਗਾ? ਕਿਸਾਨਾਂ ਤੋਂ ਜਿਹੜਾ ਵੀ ਬੰਦਾ ਸਟੋਰ ਕਰੇਗਾ ਉਹ ਕਿਸਾਨਾਂ ਤੋਂ ਤਾਂ ਬਿਲਕੁਲ ਹੀ ਨਿਗੂਣੇ ਭਾਅ ਤੇ ਖਰੀਦੇਗਾ ਜਦੋਂ ਸਟੋਰ ਕਰਕੇ ਰੱਖੇਗਾ, ਤੇ ਜਦੋਂ ਉਹਨੂੰ ਲੱਗੇਗਾ ਕਿ ਬਾਜ਼ਾਰ ਦੇ ਵਿੱਚ ਕਮੀ ਹੈ ਦੀ ਤਾਂ ਫਿਰ ਉਹਨੂੰ ਉਹ ਦੁੱਗਣੇ, ਤਿੱਗਣੇ, ਚੌਗਣੇ ਜਿੰਨੇ ਮਰਜ਼ੀ ਰੇਟ ਤੇ ਵੇਚ ਸਕਦਾ ਹੈ। ਇਸ ਚੀਜ਼ ਨੂੰ ਆਪਾਂ ਸਾਰੇ ਸਮਝ ਸਕਦੇ ਹਾਂ ਕਿ ਕਿਸਾਨਾਂ ਤੋਂ ਹੁਣ ਵੀ ਕਿਸਾਨਾਂ ਦੇ ਨਾਲ ਇਹੀ ਹੁੰਦਾ ਹੈ। ਸਬਜ਼ੀਆਂ ਸ਼ਹਿਰਾਂ ਦੇ ਵਿੱਚ ਵਿਕਦੀਆਂ ਨੇ, ਸਬਜ਼ੀ ਕਿਸਾਨਾਂ ਦੇ ਖੇਤਾਂ 'ਚੋਂ ਆਉਂਦੀ ਹੈ, ਉੱਥੋਂ ਬਹੁਤ ਹੀ ਸਸਤੇ ਭਾਅ ਦੇ ਉੱਤੇ ਕਿਸਾਨਾਂ ਤੋਂ ਸਬਜ਼ੀ ਲਿਆ ਕੇ ਸ਼ਹਿਰਾਂ ਦੇ ਵਿੱਚ ਉਹਨੂੰ ਮਹਿੰਗੇ ਭਾਅ ਦੇ ਉੱਤੇ ਵੇਚਿਆ ਜਾਂਦਾ ਹੈ। ਲੋਕਡਾਊਨ ਜਦੋਂ ਲੱਗਿਆ, ਪੰਜਾਬ ਦੇ ਵਿੱਚ ਕਰਫਿਊ ਲੱਗਿਆ, ਉਦੋਂ ਵੀ ਪੰਜਾਬ ਦੇ ਕਿਸਾਨਾਂ ਨੂੰ ਕੋਈ ਫਾਇਦਾ ਨਹੀਂ ਹੋਇਆ। ਕਿਸਾਨਾਂ ਨੂੰ ਸਿੱਧਾ ਆਪਣੇ ਟਰੈਕਟਰ ਟਰਾਲੀਆਂ ਦੇ ਉੱਤੇ ਸਬਜ਼ੀ ਇੱਥੇ ਵੇਚਣ ਦੀ ਇਜਾਜ਼ਤ ਨਹੀਂ ਦਿੱਤੀ ਗਈ, ਉਹਨਾਂ ਨੂੰ ਪਾਸ ਵੀ ਨਹੀਂ ਜਾਰੀ ਕੀਤੇ ਗਏ, ਕਰਫਿਊ ਪਾਸ ਨਹੀਂ ਜਾਰੀ ਕੀਤੇ ਗਏ। ਜਿਹੜੇ ਪ੍ਰਵਾਸੀ ਕਾਮੇ ਸੀ ਜ਼ਿਆਦਾਤਰ ਉਹੀ ਦਿਖਦੇ ਸੀ ਸ਼ਹਿਰਾਂ ਦੀਆਂ ਗਲੀਆਂ ਦੇ ਵਿੱਚ ਆਪਣੀਆਂ ਰੇਹੜੀਆਂ ਦੇ ਉੱਤੇ ਸਬਜ਼ੀ ਰੱਖ ਕੇ ਵੇਚਦੇ ਹੋਏ। ਉਸ ਦੌਰ ਦੇ ਵਿੱਚ ਵੀ, ਕਰਫਿਊ ਦੇ ਵਿੱਚ ਵੀ ਕਿਸਾਨਾਂ ਤੋਂ ਬਹੁਤ ਹੀ ਸਸਤੇ ਭਾਅ ਦੇ ਉੱਤੇ ਸ਼ਹਿਰ ਦੇ ਜਿਹੜੇ ਵਪਾਰੀ ਨੇ ਉਹ ਜਾ ਕੇ ਸਬਜ਼ੀਆਂ ਲਿਆਉਂਦੇ ਸੀ ਤੇ ਫਿਰ ਇੱਥੇ ਆ ਕੇ ਉਹ ਸਬਜ਼ੀਆਂ ਬਹੁਤ ਮਹਿੰਗੇ ਭਾਅ ਤੇ ਵੇਚੀਆਂ ਜਾਂਦੀਆਂ ਸੀ, ਕਿਉਂਕਿ ਕਰਫਿਊ ਦੇ ਵਿੱਚ ਮਾਹੌਲ ਇਹੋ ਜਿਹਾ ਸੀ, ਲੋਕਾਂ ਨੂੰ ਲੱਗਦਾ ਸੀ ਕਿ ਹਾਂ ਸਬਜ਼ੀ ਵਾਲਾ ਆ ਗਿਆ, ਸਬਜ਼ੀ ਲੈ ਲਓ, ਜਿੰਨੀ ਵੀ ਮਰਜ਼ੀ ਮਹਿੰਗੀ ਹੈ ਉਹਨੂੰ ਲਈ ਜਾਓ, ਪਰ ਕਿਸਾਨਾਂ ਨੂੰ ਉਹਦਾ ਕੋਈ ਫਾਇਦਾ ਨਹੀਂ ਹੋਇਆ। ਸੋ ਇਹ ਜਿਹੜੇ ਆਰਡੀਨੈਂਸ ਨੇ ਇਹਨਾਂ ਦਾ ਮੁੱਖ ਉਦੇਸ਼ ਹੈ, ਜਾਂ ਕਹਿ ਲਈਏ ਕਿ ਸਰਕਾਰ ਦਾ ਮੁੱਖ ਉਦੇਸ਼ ਹੈ, ਇੱਕ ਦੇਸ਼ ਇੱਕ ਮੰਡੀ। ਸਰਕਾਰ ਦੇ ਇਹ ਆਰਡੀਨੈਂਸ ਕਹਿੰਦੇ ਨੇ ਕਿ ਬਾਜ਼ਾਰਾਂ ਦੀਆਂ ਸਰਹੱਦਾਂ ਤੋਂ ਬਾਹਰ ਕਿਸਾਨਾਂ ਨੂੰ ਕਾਰੋਬਾਰ ਦੇ ਵਾਧੂ ਮੌਕੇ ਪੈਦਾ ਕਰਕੇ ਦਿੱਤੇ ਜਾਣਗੇ। ਉਹਨਾਂ ਨੂੰ ਮੁਕਾਬਲੇ ਦੇ ਮਾਹੌਲ ਦੇ ਵਿੱਚ ਆਪਣੀ ਜਿਹੜੀ ਜਿਣਸ ਹੈ, ਆਪਣੀ ਫਸਲ ਹੈ, ਆਪਣੀ ਉਤਪਾਦ ਹੈ, ਉਹਦੀਆਂ ਚੰਗੀਆਂ ਕੀਮਤਾਂ ਮਿਲਣਗੀਆਂ ਤੇ ਨਿਸ਼ਚਿਤ ਰੂਪ ਦੇ ਨਾਲ ਇੱਕ ਦੇਸ਼ ਇੱਕ ਖੇਤੀਬਾੜੀ ਬਾਜ਼ਾਰ ਬਣਾਉਣ ਦਾ ਰਾਹ ਖੁੱਲੇਗਾ। ਸਖਤ ਮਿਹਨਤ ਕਰਨ ਵਾਲੇ ਸਾਡੇ ਕਿਸਾਨਾਂ ਲਈ ਉਪਜ ਦੀ ਸਹੀ ਕੀਮਤ ਹੈ ਜਿਹੜੀ ਉਹ ਉਹਨਾਂ ਨੂੰ ਮਿਲੇਗੀ, ਪਰ ਕਿਸਾਨ ਇਸ ਦਾ ਲਗਾਤਾਰ ਵਿਰੋਧ ਕਰ ਰਹੇ ਨੇ। ਜਿਹੜੇ ਖੇਤੀਬਾੜੀ ਮਾਹਿਰ ਨੇ ਉਹ ਕੀ ਕਹਿੰਦੇ ਨੇ ਉਹ ਵੀ ਆਪਾਂ ਜਾਣ ਲੈਂਦੇ ਹਾਂ। ਉਹ ਕਹਿੰਦੇ ਨੇ ਕਿ ਵਿਸ਼ਵ ਵਪਾਰ ਸੰਸਥਾ ਦੇ ਇਸ਼ਾਰਿਆਂ ਦੇ ਉੱਤੇ ਕੇਂਦਰ ਦੀ ਮੋਦੀ ਸਰਕਾਰ ਹੈ ਜਿਹੜੀ ਉਹ ਕਾਰਪੋਰੇਟ ਘਰਾਣਿਆਂ ਦੇ ਹਿੱਤ ਦੇ ਵਿੱਚ ਇਹ ਕਦਮ ਚੁੱਕਣ ਜਾ ਰਹੀ ਹੈ। ਕਰੋਨਾ ਸੰਕਟ ਦੀ ਆੜ ਦੇ ਵਿੱਚ ਭਾਰਤੀ ਖੇਤੀ ਫਸਲਾਂ ਦੀ ਸਰਕਾਰੀ ਖਰੀਦ ਬੰਦ ਕਰਨ, ਫਸਲਾਂ ਦਾ ਘੱਟੋ ਘੱਟ ਸਮਰਥਨ ਮੁੱਲ ਤੈਅ ਕਰਨਾ ਬੰਦ ਕਰਨ, ਸਾਰਾ ਅੰਨ ਭੰਡਾਰ ਜਮ੍ਹਾਂ ਨਾ ਕਰਨ, ਖੇਤੀਬਾੜੀ ਸਬਸਿਡੀਆਂ ਬੰਦ ਕਰਨ, ਇਹਨਾਂ ਸਾਰੀਆਂ ਚੀਜ਼ਾਂ ਨੂੰ ਬੰਦ ਕਰਨ ਦੇ ਨਿਰਦੇਸ਼ ਲਾਗੂ ਕੀਤੇ ਨੇ ਸਰਕਾਰ ਨੇ ਇਹ ਆਰਡੀਨੈਂਸ ਜਾਰੀ ਕਰਕੇ। ਉਹ ਕਹਿੰਦੇ ਨੇ ਕਿ ਇਹਨਾਂ ਨਿਰਦੇਸ਼ਾਂ ਨੂੰ ਕਿਸਾਨਾਂ ਅਤੇ ਲੋਕਾਂ ਦੇ ਵਿਰੋਧ ਕਾਰਨ ਆਮ ਹਾਲਾਤਾਂ ਵਿੱਚ ਲਾਗੂ ਕਰਨਾ ਸੌਖਾ ਕੰਮ ਨਹੀਂ ਸੀ। ਇਸ ਕਰਕੇ ਸਰਕਾਰ ਨੇ ਕਰੋਨਾ ਦੀ ਆੜ ਦੇ ਵਿੱਚ ਜਿਹੜਾ ਲੋਕਡਾਊਨ ਲੱਗਿਆ ਸੀ ਉਹਦੇ ਵਿੱਚ ਇਹ ਆਰਡੀਨੈਂਸ ਲਿਆਂਦੇ ਨੇ, ਪਰ ਕਿਸਾਨ ਦੇਸ਼ ਵਿਆਪੀ ਵਿਰੋਧ ਫਿਰ ਵੀ ਕਰ ਰਹੇ ਨੇ। ਹੁਣ ਫਸਲਾਂ ਦਾ ਸਰਕਾਰੀ ਮੁੱਲ ਤੈਅ ਨਾ ਹੋਣ ਅਤੇ ਸਰਕਾਰੀ ਖਰੀਦ ਨਾ ਹੋਣ ਕਾਰਨ ਕਿਸਾਨ ਆਪਣੀਆਂ ਫਸਲਾਂ ਨੂੰ ਪ੍ਰਾਈਵੇਟ ਘਰਾਣਿਆਂ ਨੂੰ, ਪ੍ਰਾਈਵੇਟ ਕੰਪਨੀਆਂ ਨੂੰ ਵੇਚਣ ਦੇ ਲਈ ਮਜਬੂਰ ਹੋਣਗੇ ਤੇ ਉਹ ਪ੍ਰਾਈਵੇਟ ਕੰਪਨੀਆਂ ਆਪਣੇ ਤਰੀਕੇ ਦੇ ਨਾਲ ਕਿਸਾਨਾਂ ਨੂੰ ਲੁੱਟਣਗੀਆਂ, ਆਪਣੇ ਤਰੀਕੇ ਦੇ ਨਾਲ, ਆਪਣੇ ਹਿਸਾਬ ਦੇ ਨਾਲ ਉਹ ਮੁੱਲ ਤੈਅ ਕਰਨਗੀਆਂ। ਘੱਟੋ ਘੱਟ ਸਮਰਥਨ ਮੁੱਲ ਦਾ ਮਤਲਬ ਹੁੰਦਾ ਹੈ ਕਿ ਪੂਰੇ ਦੇਸ਼ ਵਿੱਚ ਕਿਸਾਨ ਨੂੰ ਘੱਟੋ ਘੱਟ ਸਮਰਥਨ ਮੁੱਲ ਹੈ ਜਿਹੜਾ MSP ਤਾਂ ਜ਼ਰੂਰ ਹੀ ਮਿਲੇਗਾ, ਪਰ ਜਦੋਂ ਇੰਨੀਆਂ ਕੰਪਨੀਆਂ
ਕੰਪਨੀਆਂ ਆ ਜਾਣਗੀਆਂ ਤਾਂ ਫਿਰ ਕਿਸੇ ਦਾ ਰੇਟ ਕਿੰਨਾ ਹੋਏਗਾ, ਕਿਸੇ ਦਾ ਕਿੰਨਾ ਹੋਏਗਾ। ਸਰਕਾਰੀ ਰੇਟ ਜਦੋਂ ਇੱਕ ਨਹੀਂ ਹੋਏਗਾ ਤਾਂ ਕਿਸਾਨਾਂ ਦਾ ਸ਼ੋਸ਼ਣ ਕਿਉਂ ਨਹੀਂ ਹੋਊਗਾ, ਇਹ ਸਵਾਲ ਤਾਂ ਉੱਠਦਾ ਹੈ। ਸੋ ਕਿਤੇ ਨਾ ਕਿਤੇ ਕਿਸਾਨ ਵੀ ਸਰਕਾਰ ਦੀ ਮਨਸ਼ਾ ਨੂੰ ਸਮਝਦੇ ਨੇ। ਜਿਹੜੀ ਸਰਕਾਰ ਅੱਜ ਤੱਕ ਕਿਸਾਨਾਂ ਦੇ ਲਈ ਫਸਲਾਂ ਦਾ ਸਹੀ ਮੁੱਲ ਨਹੀਂ ਦੇ ਸਕੀ, ਕਿਸਾਨ ਕਿਉਂ ਖੁਦਕੁਸ਼ੀਆਂ ਕਰਦਾ ਹੈ, ਕਿਸਾਨਾਂ ਦੇ ਸਿਰ ਤੇ ਕਰਜ਼ਾ ਇੰਨਾ ਕਿਉਂ ਹੈ, ਕਿਉਂਕਿ ਉਹਨਾਂ ਨੂੰ ਫਸਲਾਂ ਦਾ ਸਹੀ ਮੁੱਲ ਨਹੀਂ ਮਿਲਦਾ। ਕਿਸਾਨਾਂ ਨੂੰ ਫਸਲ ਬੀਜਣ, ਫਸਲ ਵੱਢਣ ਤੱਕ ਖਰਚਾ ਇੰਨਾ ਜ਼ਿਆਦਾ ਕਰਨਾ ਪੈ ਜਾਂਦਾ ਹੈ ਕਿ ਉਹਨਾਂ ਨੂੰ ਜਦੋਂ ਫਸਲ ਪੱਕ ਕੇ ਮੰਡੀਆਂ ਦੇ ਵਿੱਚ ਜਾਂਦੀ ਹੈ ਉਹਨਾਂ ਨੂੰ ਉਹਦਾ ਰੇਟ ਹੀ ਸਹੀ ਨਹੀਂ ਮਿਲਦਾ। ਇਸੇ ਕਰਕੇ ਤਾਂ ਕਿਸਾਨ ਕਰਜ਼ਈ ਨੇ। ਕਿਸਾਨਾਂ ਨੂੰ ਕੋਈ ਬੀਮਾ ਯੋਜਨਾ ਨਹੀਂ, ਕਿਸਾਨਾਂ ਦੇ ਲਈ ਕੋਈ ਵੀ ਪੈਨਸ਼ਨ ਵਰਗੀ ਸਹੂਲਤ ਨਹੀਂ ਹੈਗੀ, ਪਰ ਕਿਸਾਨਾਂ ਤੋਂ ਅੰਨ ਲੈ ਕੇ ਅਸੀਂ ਸਾਰੇ ਖਾਂਦੇ ਹਾਂ, ਦਿੰਦੇ ਕੁਛ ਨਹੀਂ ਹੈਗੇ। ਸਿਰਫ ਉਹਨਾਂ ਦੀ ਫਸਲ ਦਾ ਜਿਹੜਾ ਭਾਅ ਹੈ ਉਹ ਵੀ ਨਿਗੂਣਾ ਉਹੀ ਦਿੱਤਾ ਜਾਂਦਾ ਹੈ। ਸੋ ਕਿਸਾਨ ਵੀ ਹੁਣ ਕਹਿੰਦੇ ਨੇ ਕਿ ਸਰਕਾਰ ਨੇ ਆਪਣੀ ਜਿਹੜੀ ਮੰਦੀ ਮਨਸ਼ਾ ਦੇ ਨਾਲ, ਲੁੱਟਣ ਦੀ ਮਨਸ਼ਾ ਦੇ ਨਾਲ ਦੇਸ਼ੀ ਵਿਦੇਸ਼ੀ ਐਗਰੋ ਬਿਜ਼ਨਸ ਕੰਪਨੀਆਂ ਨੂੰ ਫਸਲਾਂ ਖਰੀਦਣ ਦੀ ਖੁੱਲ੍ਹ ਦੇ ਦਿੱਤੀ ਹੈ। ਸਰਕਾਰ ਇਹ ਤੋਂ ਲਾਂਭੇ ਹੋ ਗਈ ਹੈ, ਕੰਪਨੀਆਂ ਨੂੰ ਖੁੱਲ੍ਹ ਦਿੱਤੀ ਹੈ, ਯਾਨੀ ਕਿ ਸਰਕਾਰ ਕੰਪਨੀਆਂ ਦੇ ਨਾਲ ਸਿੱਧਾ ਗੱਠਜੋੜ ਕਰੇਗੀ, ਅਸਿੱਧੇ ਤੌਰ ਤੇ ਕਰੇਗੀ। ਤਾਂ ਜ਼ਾਹਿਰ ਤੌਰ ਤੇ ਸਰਕਾਰਾਂ ਤਾਂ ਆਪਣਾ ਫਾਇਦਾ ਦੇਖ ਕੇ ਹੀ ਕੋਈ ਨੀਤੀ ਲਾਗੂ ਕਰਦੀਆਂ ਨੇ। ਕਿਸਾਨ ਕਹਿੰਦੇ ਨੇ ਕਿ ਇਹ ਕੰਪਨੀਆਂ ਨੇ ਆਪਣੀ ਮਰਜ਼ੀ ਦੇ ਨਾਲ ਖੇਤੀ ਕਰਾਉਣ ਲਈ ਜ਼ਮੀਨ ਠੇਕੇ ਦੇ ਉੱਤੇ ਲੈ ਕੇ ਵੱਡੇ ਫਾਰਮ ਬਣਾ ਕੇ ਠੇਕਾ ਖੇਤੀ ਕਾਨੂੰਨ 2018 ਪਹਿਲਾਂ ਹੀ ਪਾਸ ਕਰਾਇਆ ਹੋਇਆ। ਤੇ ਇਹ ਜਿਹੜੀਆਂ ਐਗਰੋ ਬਿਜ਼ਨਸ ਕੰਪਨੀਆਂ ਉਹਨਾਂ ਨੇ ਕੇਵਲ ਫਸਲਾਂ ਦੀ ਸਾਫ਼ ਸਫਾਈ ਤੇ ਪੈਕ ਕਰਕੇ ਉਹਨਾਂ ਨੂੰ ਖਪਤਕਾਰਾਂ ਕੋਲ ਵੇਚਣਾ ਹੀ ਨਹੀਂ ਹੁੰਦਾ, ਸਗੋਂ ਇਹਨਾਂ ਫਸਲਾਂ ਨੂੰ ਪ੍ਰੋਸੈਸ ਕਰਕੇ ਇਹਨਾਂ ਦੇ ਵਿੱਚ ਹੋਰ ਕਦਰ ਜੋੜ ਕੇ ਕਣਕ, ਚੌਲਾਂ ਤੇ ਹੋਰ ਫਸਲਾਂ ਦੇ ਤਰ੍ਹਾਂ ਦੇ ਉਤਪਾਦ ਤਿਆਰ ਕਰਕੇ ਭਾਰਤੀ ਅਤੇ ਵਿਦੇਸ਼ੀ ਮੰਡੀ ਵਿੱਚ ਵੇਚ ਕੇ ਮੁਨਾਫਾ ਕਮਾਉਣਾ ਹੁੰਦਾ ਹੈ। ਸੋ ਕਿਸਾਨ ਕਹਿ ਰਹੇ ਨੇ ਕਿ ਸਾਨੂੰ ਇਹਨਾਂ ਦਾ ਕੋਈ ਫਾਇਦਾ ਨਹੀਂ ਹੋਣ ਵਾਲਾ। ਜੇ ਤੁਸੀਂ ਸਾਡੇ ਲਈ ਸਾਰਾ ਕੁਝ ਆਨਲਾਈਨ ਸਿਸਟਮ ਤਿਆਰ ਕਰਕੇ ਦੇ ਰਹੇ ਹੋ, ਸਾਨੂੰ ਉਹਦਾ ਵੀ ਕੋਈ ਫਾਇਦਾ ਨਹੀਂ ਹੋਣ ਵਾਲਾ, ਕਿਉਂਕਿ 95% ਕਿਸਾਨ ਨੇ ਜਿਹੜੇ ਉਹ ਆਨਲਾਈਨ ਸਾਧਨਾਂ ਦੇ ਨਾਲ ਜੁੜੇ ਹੀ ਨਹੀਂ ਹੋਏ। ਸੋ ਇਹ ਫੈਸਲਾ ਹੁਣ ਤੁਸੀਂ ਆਪ ਕਰ ਸਕਦੇ ਹੋ ਕਿ ਖੇਤੀ ਆਰਡੀਨੈਂਸ ਕਿੰਨੇ ਕੁ ਕਿਸਾਨਾਂ ਦੇ ਹੱਕ ਦੇ ਵਿੱਚ ਹਨ। ਜਦੋਂ 86% ਕਿਸਾਨ ਭਾਰਤ ਦੇ 5 ਏਕੜ ਜਾਂ ਉਸ ਤੋਂ ਘੱਟ ਜ਼ਮੀਨ ਦੇ ਮਾਲਕ ਹੋਣ। ਸੋ ਕਿਸਾਨਾਂ ਦੇ ਇਸ ਅੰਦੋਲਨ ਦੇ ਵਿੱਚ ਲਗਾਤਾਰ ਮਜ਼ਦੂਰ ਜਥੇਬੰਦੀਆਂ ਵੀ ਜੁਟ ਗਈਆਂ ਨੇ, ਕਿਉਂਕਿ ਮਜ਼ਦੂਰਾਂ ਦੇ ਜਿਹੜੇ ਆਪਣੀਆਂ ਸਮੱਸਿਆਵਾਂ ਨੇ। ਕਰੋਨਾ ਮਹਾਮਾਰੀ ਦੇ ਦੌਰਾਨ ਜਿਹੜਾ ਲੋਕਡਾਊਨ ਲੱਗਿਆ ਸੀ ਉਹਦੇ ਵਿੱਚ ਜਿਹੜੀਆਂ ਮਜ਼ਦੂਰ, ਕਿਸਾਨ, ਔਰਤਾਂ, ਉਹਨਾਂ ਨੇ ਕੰਪਨੀਆਂ ਤੋਂ ਜਿਹੜੇ ਨਿੱਕੇ ਕਰਜ਼ੇ ਲਏ ਹੁੰਦੇ ਨੇ ਉਹ ਵੀ ਖੁੱਲ੍ਹ ਕੇ ਸਾਹਮਣੇ ਆਏ ਤੇ ਹੁਣ ਉਹ ਔਰਤਾਂ ਵੱਡੀ ਗਿਣਤੀ ਦੇ ਵਿੱਚ ਕਿਸਾਨਾਂ ਦੇ ਸੰਘਰਸ਼ ਦੇ ਵਿੱਚ ਜੁਟੀਆਂ ਹੋਈਆਂ ਨੇ ਤੇ ਉਹ ਆਪਣੀ ਸਮੱਸਿਆ ਨੂੰ ਲੈ ਕੇ ਸੰਘਰਸ਼ ਕਰ ਰਹੀਆਂ ਨੇ ਤੇ ਸਰਕਾਰ ਨੂੰ ਉਹਨਾਂ ਦੀਆਂ ਜਿਹੜੀਆਂ ਮੰਗਾਂ ਨੇ ਉਹ ਵੀ ਦੇਖਣੀਆਂ ਚਾਹੀਦੀਆਂ ਨੇ ਕਿ ਜਿਹੜੀਆਂ ਕਰਜ਼ੇ ਦੇਣ ਵਾਲੀਆਂ ਕੰਪਨੀਆਂ ਹੁਣ ਉਹਨਾਂ ਮਜ਼ਦੂਰ ਔਰਤਾਂ ਨੂੰ, ਲੋੜਵੰਦ ਔਰਤਾਂ ਨੂੰ ਪਰੇਸ਼ਾਨ ਕਰ ਰਹੀਆਂ ਨੇ, ਉਹਨਾਂ ਤੇ ਵੀ ਨੱਥ ਪਾਉਣੀ ਚਾਹੀਦੀ ਹੈ, ਖਾਸ ਕਰਕੇ ਪੰਜਾਬ ਸਰਕਾਰ ਨੂੰ। ਧੰਨਵਾਦ।